ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਅਸਾਮ ਨਰੇਸ਼ ਰਤਨ ਰਾਏ, ਜੋ ਬੇਸ਼ਕੀਮਤੀ ਨਜ਼ਰਾਨੇ ਲੈ ਕੇ ਗੁਰੂ ਚਰਨਾਂ ਕਮਲਾਂ ਵਿੱਚ ਪਹੁੰਚਿਆ। ਸਤਿਗੁਰਾਂ ਨੂੰ ਅਰਪਣ ਕਰਕੇ ਗੁਰਾਂ ਦੀਆਂ ਬੇਅੰਤ ਬਖਸ਼ਿਸ਼ਾਂ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸੋ ਬੇਸ਼ਕੀਮਤੀ ਭੇਟਾਵਾਂ ਦੇ ਵਿੱਚੋਂ ਇੱਕ ਬਹੁਤ ਅਦੁੱਤੀ ਤੇ ਸੁੰਦਰ ਹਾਥੀ ਹੈ, ਜਿਸ ਦੀਆਂ ਅਸਚਰਜਤਾ ਭਰੀਆਂ ਲੀਲਾਵਾਂ ਨੂੰ ਸਤਿਗੁਰਾਂ ਨੇ ਵੇਖ ਕੇ ਤੇ ਉਸ ਹਾਥੀ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਹੈ। ਅਤੇ ਕੁਝ ਦਿਨ ਤਾਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਉਹ ਹਾਥੀ ਸਤਿਗੁਰਾਂ ਨੇ ਆਪਣੇ ਸੇਵਕਾਂ ਨੂੰ ਕਹਿ ਕੇ ਤੇ ਉਚਿਤ ਸਥਾਨ 'ਤੇ ਰਖਵਾਇਆ, ਜਿੱਥੇ ਸੇਵਕਾਂ ਨੇ ਉਸ ਨੂੰ ਬੰਨ੍ਹ ਕੇ ਰੱਖਿਆ। ਤੇ ਜਦ ਕੁਝ ਦਿਨ ਹਾਥੀ ਬੱਝਾ ਰਿਹਾ, ਉਪਰੰਤ ਸਤਿਗੁਰਾਂ ਨੇ ਆਦੇਸ਼ ਦਿੱਤਾ ਕਿ ਇਸ ਪ੍ਰਸ਼ਾਦੀ ਹਾਥੀ ਨੂੰ ਸੁਤੰਤਰ ਛੱਡ ਦਿਓ, ਨਗਰੀ ਦੇ ਵਿੱਚ ਸਵੈ ਇੱਛਾ ਦੇ ਨਾਲ ਵਿਚਰੇ। ਕੁਝ ਦਿਨ ਇਹਦੇ ਨਾਲ ਰਹੋ ਤਾਂ ਕਿ ਨਗਰੀ ਤੋਂ ਬਾਹਰ ਕਿਧਰੇ ਨਾ ਚਲਿਆ ਜਾਵੇ। ਜਦ ਇਸ ਨੂੰ ਇਹ ਬੋਧ ਹੋ ਜਾਵੇਗਾ ਕਿ ਮੈਂ ਇਸ ਨਗਰੀ ਦੀ ਸੀਮਾ ਦੇ ਵਿੱਚ ਹੀ ਵਿਚਰ ਸਕਦਾ ਹਾਂ, ਤਾਂ ਫਿਰ ਇਸ ਦੇ ਨਾਲ ਨਾਲ ਵੀ ਤੁਹਾਨੂੰ ਜਾਣ ਦੀ ਆਵਸ਼ਕਤਾ ਨਹੀਂ ਰਹੇਗੀ। ਸੇਵਾ ਹਰ ਤਰ੍ਹਾਂ ਨਾਲ ਕਰੋ, ਪਰ ਇਸ ਨੂੰ ਸੁਤੰਤਰ ਛੱਡ ਦਿਓ। ਇਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਸੇਵਕਾਂ ਨੂੰ ਆਦੇਸ਼ ਦਿੱਤਾ ਹੈ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣ ਗੁਰ ਹੁਕਮ ਸ਼ੋਰ ਫਿਰ ਦੀਨਾ। ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦਾ ਜਿਸ ਵੇਲੇ ਹੁਕਮ ਸੁਣਿਆ ਸਿੱਖਾਂ ਨੇ, ਸੇਵਕਾਂ ਨੇ, ਤੇ ਹਾਥੀ ਨੂੰ ਛੱਡ ਦਿੱਤਾ ਹੈ। ਜੋ ਪ੍ਰਥਮ ਬੰਨ੍ਹ ਕੇ ਰੱਖਦੇ ਸੀ, ਹਾਥੀ ਨੂੰ ਛੱਡ ਦਿੱਤਾ, ਭਾਵ ਬੰਧਨ ਉਸ ਦੇ ਖੋਲ੍ਹ ਦਿੱਤੇ। ਯਹ ਕਹਿ ਵਿੱਚ ਰਹਿ ਭਾ ਬਹੁ ਪੀਨਾ। ਹੁਣ ਖੁੱਲ੍ਹਾ ਹੋਣ ਕਾਰਨ ਜਿੱਥੇ ਕਿੱਥੇ ਵੀ ਵਿਚਰਦਾ ਹੈ, ਤੇ ਜਿੱਥੇ ਕਿੱਥੇ ਵਿਚਰਨੇ ਕਰਕੇ ਮਨ ਇੱਛਾ ਦੇ ਨਾਲ ਮਿਲੀ ਵਸਤੂ ਛਕ ਜਾਂਦਾ ਹੈ। ਛਕਣੇ ਕਰਕੇ ਬੜਾ ਪੀਨ ਹੋ ਗਿਆ ਹੈ, ਬੜਾ ਮੋਟਾ ਹੋ ਗਿਆ ਪ੍ਰਸ਼ਾਦੀ ਹਾਥੀ। ਫਿਰਹਿ ਬਾਜ਼ਾਰ ਵਿਖੈ ਬਹੁ ਬਾਰ। ਬਹੁਤ ਵਾਰੀ ਬਾਜ਼ਾਰ ਵਿੱਚ ਫਿਰਦਾ ਰਹਿੰਦਾ ਹੈ। ਸ੍ਰੀ ਅਨੰਦਪੁਰ ਸਾਹਿਬ ਨਗਰੀ ਦਾ ਜਿੱਥੇ ਪ੍ਰਮੁੱਖ ਬਾਜ਼ਾਰ ਹੈ, ਉਸ ਬਾਜ਼ਾਰ ਵਿੱਚ ਵਿਚਰਦਾ ਰਹਿੰਦਾ ਹੈ। ਬਨ ਕਨ ਕੋ ਕਰ ਦੇਤ ਬਿਗਾਰ। ਇਹ ਬਨਕਨ ਨਾਮ ਬਾਣੀ, ਜਿਹੜੇ ਦੁਕਾਨਦਾਰ ਹੈ ਉਹਨਾਂ ਦਾ ਕੰਮ ਵਿਗਾੜ ਦਿੰਦਾ। ਜੋ ਉਹਨਾਂ ਨੇ ਦੁਕਾਨ 'ਤੇ ਵਸਤੂਆਂ ਰੱਖੀਆਂ ਹੋਈਆਂ ਹੁੰਦੀਆਂ, ਉਹਨਾਂ ਵਸਤੂਆਂ ਨੂੰ ਖਰਾਬ ਕਰ ਦਿੰਦਾ ਹੈ। ਮੋਦਕ ਆਦ ਧਰੇ ਪਕਵਾਨ। ਹਲਵਾਈ ਦੀ ਦੁਕਾਨ 'ਤੇ ਜੇ ਮੋਦਕ, ਲੱਡੂ ਆਦਿ ਹੋਰ ਪਕਵਾਨ ਰੱਖੇ ਹੋਏ ਹੁੰਦੇ ਹੈ। ਯਹ ਕਹਿ ਕਰਤ ਫਿਰਤ ਸੋ ਖਾਨ। ਤੇ ਜਿੱਥੇ ਕਿਥੇ ਵੀ ਵਿਚਰ ਕੇ ਹਾਥੀ ਜਿਹੜਾ ਉਹ ਛਕਾ ਜਾਂਦਾ ਹੈ। ਅੰਨ ਆਦ ਖੈਬੇ ਵਥ ਜੋਏ।
ਅਨਾਜ ਆਦਿ ਜੋ ਵੀ ਛਕਣਯੋਗ ਵਸਤੂ ਮਿਲਦੀ ਹੈ, ਛਕਣਯੋਗ ਜੋ ਵੀ ਵਸਤੂ ਲੱਭਦੀ ਹੈ, ਵਿਚਰਤ ਬਦਨ ਪਾਏ ਲੈ ਸੋਏ। ਤੇ ਵਿਚਰਦਿਆਂ ਹੋਇਆਂ ਆਪਣੀ ਸੁੰਡ ਨਾਲ ਚੁੱਕ ਕੇ ਤੇ ਆਪਣੇ ਬਦਨ ਵਿੱਚ, ਆਪਣੇ ਮੁਖ ਵਿੱਚ ਪਾ ਲੈਂਦਾ। ਮੇਲ ਬਨੀਏ ਸਤਿਗੁਰ ਢਿਗ ਆਏ। ਤਾਂ ਨਗਰ ਵਾਸੀ ਜਿਹੜੇ ਦੁਕਾਨਦਾਰ ਬਾਣੀਏ ਸੀ, ਉਹ ਬੜੇ ਵਿਆਕੁਲ ਹੋਏ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਫਰਿਆਦ ਲੈ ਕੇ ਆਏ ਸਤਿਗੁਰਾਂ ਦੇ ਕੋਲ। ਕੁੰਚਰ ਕਰਹਿ ਬਿਗਾਰ ਸੁਨਾਏ। ਸਤਿਗੁਰਾਂ ਨੂੰ ਆ ਕੇ ਕਹਿਣ ਲੱਗੇ, ਹੇ ਸਤਿਗੁਰੂ ਜੀ, ਜੋ ਆਪ ਜੀ ਦਾ ਕੁੰਚਰ ਹੈ, ਪ੍ਰਸ਼ਾਦੀ ਹਾਥੀ ਹੈ, ਉਹ ਸਾਡੇ ਬਹੁਤ ਕੰਮ ਵਿਗਾੜਦਾ ਹੈ। ਦੁਕਾਨ 'ਤੇ ਪਈਆਂ ਹੋਈਆਂ ਵਸਤੂਆਂ ਕੁਝ ਛਕ ਜਾਂਦਾ ਹੈ, ਕੁਝ ਬਖੀਰ ਜਾਂਦਾ ਹੈ, ਖਿਲਾਰ ਜਾਂਦਾ ਹੈ। ਔਚਕ ਸੌਦਾ ਕਰਤ ਬਖੇਰਤ। ਤੇ ਅਚਨਾ ਚੇਤੀ ਆ ਜਾਂਦਾ ਹੈ ਤੇ ਪਏ ਹੋਏ ਸੌਦੇ ਨੂੰ ਬਖੇਰ ਦਿੰਦਾ ਹੈ, ਖਿਲਾਰ ਦਿੰਦਾ ਹੈ। ਬਰਜਤ ਬਰਜਤ ਤਤ ਛਿਨ ਗੇਰਤ। ਵਰਜਦਿਆਂ ਵਰਜਦਿਆਂ, ਰੋਕਦਿਆਂ ਰੋਕਦਿਆਂ ਉਸੇ ਵੇਲੇ ਹੀ ਗੇਰ ਦਿੰਦਾ ਹੈ, ਸੁੱਟ ਦਿੰਦਾ ਹੈ, ਅਨਾਜ ਖਰਾਬ ਕਰ ਦਿੰਦਾ ਹੈ। ਸਰਬ ਦਿਵਸ ਵਿਚਰਤ ਤਹ ਆਵਤ। ਤੇ ਸਾਰਾ ਦਿਨ ਹੀ ਵਿਚਰਦਿਆਂ ਹੋਇਆਂ ਕਈ ਦਫਾ ਸਾਡੀਆਂ ਦੁਕਾਨਾਂ 'ਤੇ ਆ ਜਾਂਦਾ ਹੈ। ਗਾਨ ਪਕਵਾਨ ਖਾਏ ਕਰ ਜਾਵਤ। ਤੇ ਅਨੇਕਾਂ ਪਏ ਹੋਏ ਦੁਕਾਨ 'ਤੇ ਪਕਵਾਨ ਛਕ ਵੀ ਜਾਂਦਾ। ਚਲੋ ਛਕ ਜਾਂਦਾ ਹੈ, ਇੱਥੋਂ ਤੱਕ ਤੇ ਉਚਿਤ ਹੈ, ਪਰ ਬਹੁਤ ਬਖੀਰ ਜਾਂਦਾ, ਬਹੁਤ ਖਿੰਡਾ ਜਾਂਦਾ ਹੈ। ਡਰ ਹੈ ਆਪ ਤੇ ਹੱਥ ਹੈ ਨਾ ਦੰਡਾ। ਅਸੀਂ ਆਪ ਜੀ ਦਾ ਭੈ ਰੱਖਦੇ ਹਾਂ ਗੁਰੂਦੇਵ। ਆਪ ਜੀ ਦਾ ਭੈ ਹੈ ਸਾਡੇ ਮਨ ਵਿੱਚ, ਜਿਸ ਕਾਰਨ ਆਪ ਜੀ ਦੇ ਇਸ ਪ੍ਰਿਯ ਪ੍ਰਸ਼ਾਦੀ ਹਾਥੀ ਨੂੰ ਅਸੀਂ ਕੋਈ ਡਾਂਗ ਸੋਟਾ ਵੀ ਮਾਰ ਨਹੀਂ ਸਕਦੇ। ਪ੍ਰੇਰਤ ਇਤ ਉਤ ਫੇਰਤ ਸੁੰਡਾ। ਆਪਣੀ ਸੁੰਡ ਨੂੰ ਇੱਧਰ ਉੱਧਰ ਫੇਰਦਾ ਹੋਇਆ ਤੇ ਨਗਰੀ ਦੇ ਵਿੱਚ, ਬਾਜ਼ਾਰ ਦੇ ਵਿੱਚੋਂ ਵਿਚਰਦਾ ਰਹਿੰਦਾ ਹੈ। ਸੋਨ ਕਲਗੀ ਧਰ ਕਰੀ ਗੁਹਾਰਾ। ਜਦੋਂ ਬਾਣੀਆਂ ਦੀ ਫਰਿਆਦ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਨੇ ਸੁਣੀ ਹੈ, ਤੇ ਸਤਿਗੁਰਾਂ ਨੇ ਤਦੋਂ ਆਪਣੇ ਸਿੱਖਾਂ ਨੂੰ, ਮਸੰਦਾਂ ਨੂੰ ਗੁਹਾਰ ਦਿੱਤੀ, ਆਵਾਜ਼ ਦਿੱਤੀ। ਸੰਗ ਮਸੰਦਨ ਹੁਕਮ ਉਚਾਰਾ। ਤੇ ਮਸੰਦ ਗੁਰਸਿੱਖਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ, ਆਦੇਸ਼ ਦਿੱਤਾ। ਜਿਤਕ ਬਨਕ ਕੋ ਹੋਏ ਨੁਕਸਾਨ। ਇਹ ਭਾਈ ਗੁਰਸਿੱਖੋ, ਇਹ ਦੁਕਾਨਦਾਰਾਂ ਦਾ, ਬਾਣੀਆਂ ਦਾ ਜਿੰਨਾ ਵੀ ਨੁਕਸਾਨ ਹੋਵੇ, ਹਾਥੀ, ਪ੍ਰਸ਼ਾਦੀ ਹਾਥੀ, ਇਹਨਾਂ ਦਾ ਜਿੰਨਾ ਵੀ ਨੁਕਸਾਨ ਕਰ ਦਵੇ, ਕਰਹਿ ਪ੍ਰਸਾਦੀ ਜਾਏ ਦੁਕਾਨ। ਦੁਕਾਨਾਂ 'ਤੇ ਜਾ ਕੇ ਉਹ ਨੁਕਸਾਨ ਕਰੇ, ਸੋ ਸਰਕਾਰ ਹੈ ਤੇ ਦੇਹੋ ਦਰਬ। ਉਹ ਸਾਰਾ ਹੀ ਧਨ ਇਹਨਾਂ ਨੂੰ ਸਰਕਾਰੈ ਨਾਮ ਖਜ਼ਾਨੇ ਵਿੱਚੋਂ ਦੇ ਦਿਓ। ਰੋਜ਼ ਦੀ ਰੋਜ਼ ਜਿੰਨਾ ਵੀ ਬਾਣੀਆਂ ਦਾ ਤੇ ਜਿੰਨਿਆਂ ਦਾ ਵੀ ਨੁਕਸਾਨ ਹੋਵੇ, ਉਹ ਸਾਰੇ ਬਾਣੀਏ ਭਾਈ ਆਪਣਾ ਆਪਣਾ ਹਿਸਾਬ ਕਰਕੇ ਤੇ ਸ਼ਾਮਾਂ ਨੂੰ ਗੁਰੂ ਕੇ ਕੋਸ਼ਕਾਰ ਖਜ਼ਾਨਚੀ ਕੋਲ ਪਹੁੰਚ ਜਾਣ। ਤੇ ਨਾਲ ਖਜ਼ਾਨਚੀ ਨੂੰ ਹੁਕਮ ਕੀਤਾ ਹੈ ਕਿ ਜਿੰਨਾ ਨੁਕਸਾਨ ਆ ਕੇ ਕਹਿਣ ਤੇ ਓਨਾ ਹੀ ਧਨ ਇਹਨਾਂ ਨੂੰ ਰੋਜ਼ ਦੀ ਰੋਜ਼ ਦੇ ਦੇਣਾ। ਹਾਥੀ ਨੂੰ ਕੁਝ ਨਹੀਂ ਕਹਿਣਾ। ਗੁਰਾਂ ਦਾ ਪ੍ਰਸ਼ਾਦੀ ਹਾਥੀ ਉਹ ਸੁਤੰਤਰਤਾ ਨਾਲ ਵਿਚਰੇ, ਪਰ ਇਹਨਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।
ਜਿੰਨਾ ਹੋ ਜਾਵੇ ਉਨੀ ਭਰਪਾਈ ਕਰ ਦੇਣੀ ਹੈ। ਸੰਧਿਆ ਸਮੈ ਬੂਝ ਲੇਹੋ ਸਰਬ। ਸ਼ਾਮਾਂ ਨੂੰ ਸਾਰਾ ਪੁੱਛ ਲੈਣਾ ਹੈ। ਜਾਂ ਭਾਈ ਖਜ਼ਾਨਚੀ ਤੂੰ ਦੁਕਾਨਾਂ ਤੇ ਜਾ ਕੇ ਆਪ ਪੁੱਛ ਲਿਆ ਕਰ, ਜਾਂ ਬਾਣੀਆਂ ਨੂੰ ਕਿਹਾ ਜੇ ਇਹਦਾ ਕਿਤੇ ਸਮਾਂ ਨਾ ਲੱਗੇ ਤਾਂ ਤੁਸੀਂ ਇਹਦੇ ਕੋਲੋਂ ਆ ਜਾਇਆ ਕਰੋ। ਅਤੇ ਜਿੰਨਾ ਤੁਹਾਡਾ ਨੁਕਸਾਨ ਹੋਵੇ ਤੁਹਾਡੀ ਗੁਰੂ ਘਰ ਵਿੱਚੋਂ ਭਰਪਾਈ ਹੋ ਜਿਆ ਕਰੇਗੀ। ਸੁਨ ਬਨੀਅਨ ਮਨ ਆਨੰਦ ਉਪੰਨਾ। ਸੁਣ ਕੇ ਬਾਣੀਏ ਮਨ ਵਿੱਚ ਆਨੰਦਿਤ ਹੋ ਗਏ, ਖੁਸ਼ ਹੋ ਗਏ ਹਨ। ਜਥਾ ਜੋਗ ਗੁਰ ਕੋ ਬਾਚ ਮੰਨਾ। ਜਥਾ ਉਚਿਤ ਸਤਿਗੁਰਾਂ ਦਾ ਬਚਨ ਮੰਨ ਲਿਆ ਹੈ ਕਿ ਇਹ ਤੇ ਬਹੁਤ ਭਲੀ ਗੱਲ ਹੋਈ ਹੈ। ਹੁਣ ਤੇ ਹਰ ਕੋਈ ਬਾਣੀਆਂ ਚਾਹੁੰਦਾ ਹੈ ਕਿ ਵਿਕਰੀ ਤੇ ਪਤਾ ਨਹੀਂ ਮੇਰੀ ਹੋਣੀ ਹੈ ਕਿ ਨਹੀਂ, ਪਰ ਜੇ ਹਾਥੀ ਮੇਰੀ ਦੁਕਾਨ ਤੇ ਆ ਕੇ ਕੁਝ ਛਕ ਛਕਾ ਜਾਵੇ ਤੇ ਮੈਨੂੰ ਸਤਿਗੁਰਾਂ ਕੋਲੋਂ ਧਨ ਪ੍ਰਾਪਤ ਹੋ ਜਾਣਾ। ਸੋ ਹੁਣ ਬਾਣੀਆਂ ਦੀ ਵਿਚਾਰਧਾਰਾ ਉਹ ਤਬਦੀਲ ਹੋ ਗਈ ਹੈ। ਜਦੋਂ ਸਤਿਗੁਰਾਂ ਨੇ ਖਰਚਾ ਦੇਣਾ ਜਿਹੜਾ ਉਹ ਖਜ਼ਾਨਚੀ ਨੂੰ ਕਹਿ ਦਿੱਤਾ ਤੇ ਬੜੇ ਆਨੰਦਿਤ ਹੋਏ ਹੈ। ਸਗਰੇ ਪੁਰ ਮਹਿ ਵਿਚਰਤ ਰਹਿ। ਇਹ ਪ੍ਰਸ਼ਾਦੀ ਹਾਥੀ ਸਤਿਗੁਰਾਂ ਦਾ ਸ੍ਰੀ ਅਨੰਦਪੁਰ ਸਾਹਿਬ ਨਗਰੀ ਸਾਰੀ ਦੇ ਵਿੱਚ ਸੁਤੰਤਰਤਾ ਨਾਲ ਵਿਚਰਦਾ ਰਹਿੰਦਾ ਹੈ। ਲੋਕ ਹਜ਼ਾਰਾਂ ਹੇਰਤ ਹੈ। ਤੇ ਹਜ਼ਾਰਾਂ ਹੀ ਲੋਕ ਆ ਕੇ ਤੇ ਵੇਂਦੇ ਆ। ਇਲਾਕੇ ਦੇ ਲੋਕ ਤਥਾ ਹੋਰ ਦੂਰ ਦਰਾਡਿਆਂ ਤੋਂ ਸੰਗਤਾਂ ਜਿਹੜੀਆਂ ਉਹ ਵੀ ਆ ਕੇ ਵੇਂਦੀਆਂ। ਦੂਰ ਦੂਰ ਕੀ ਸੰਗਤ ਆਵੇ। ਦੂਰ ਦੂਰ ਦੀਆਂ ਸਿੱਖ ਸੰਗਤਾਂ ਗੁਰੂ ਦਰਸ਼ਨਾਂ ਨੂੰ ਚੱਲ ਕੇ ਆਉਂਦੀਆਂ। ਵੇਖ ਅਦਭੁਤ ਕੋ ਸਭ ਬਿਸਮਾਵੇ। ਅਦਭੁਤ ਇਹ ਅਜੀਬ ਅਸਚਰਜ ਤੇ ਅਪ੍ਰਤੀਮ ਹਾਥੀ ਨੂੰ ਵੇਖ ਕੇ ਬੜੀਆਂ ਬਿਸਮੈ ਹੁੰਦੀਆਂ ਹਨ ਸੰਗਤਾਂ, ਹੈਰਾਨ ਹੁੰਦੀਆਂ। ਰਤਨ ਰਾਏ ਰਹਿ ਕੇ ਤਕਮਾਸ। ਗੁਰੂ ਰੂਪ ਸਾਧ ਸੰਗਤ ਰਤਨ ਰਾਏ ਕੁਝ ਮਾਸ ਕੁਝ ਮਹੀਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਨਗਰੀ ਰਿਹਾ। ਵੇਖ ਸਤਿਗੁਰ ਕੇ ਅਨਕ ਬਿਲਾਸ। ਸਤਿਗੁਰਾਂ ਦੇ ਅਨੇਕਾਂ ਹੀ ਵਿਲਾਸ ਕੌਤਕ ਇਸ ਨੇ ਵੇਖੇ। ਤੇ ਜਿਹੜੇ ਗੁਰਾਂ ਦੇ ਇੱਥੇ ਧਾਰਮਿਕ ਸਥਾਨ ਸਨਗੇ ਸ੍ਰੀ ਅਨੰਦਪੁਰ ਸਾਹਿਬ ਨਗਰੀ, ਗੁਰਦੁਆਰਾ ਸੀਸਗੰਜ ਆਦਿ ਕਰਕੇ, ਜਾਂ ਸ੍ਰੀ ਕੀਰਤਪੁਰ ਸਾਹਿਬ ਨਗਰੀ ਪਾਵਨ ਗੁਰਾਂ ਦੇ ਅਸਥਾਨ ਸਨ। ਜੈਸੇ ਬਾਬਾ ਗੁਰਦਿੱਤਾ ਜੀ ਦਾ ਅਸਥਾਨ, ਇਸੇ ਪ੍ਰਕਾਰ ਬਾਬਾ ਬੁੱਢਣ ਸ਼ਾਹ ਦਾ, ਇਸੇ ਪ੍ਰਕਾਰ ਫਿਰ ਪਤਾਲਪੁਰੀ ਸਾਹਿਬ ਜਾਂ ਸ਼ੀਸ਼ ਮਹਿਲ ਕਰਕੇ, ਜਾਂ ਇਸੇ ਪ੍ਰਕਾਰ ਚਰਨ ਕਮਲ ਕਰਕੇ, ਐਸੇ ਜਿਹੜੇ ਅਸਥਾਨ ਸਨਗੇ। ਉਹਨਾਂ ਮੰਜੀ ਸਾਹਿਬ ਆਦਿ ਕਰਕੇ ਕੀਰਤਪੁਰ ਸਾਹਿਬ ਜਿਹੜੇ ਅਸਥਾਨ ਹੈ, ਉਹਨਾਂ ਵੀ ਅਸਥਾਨਾਂ ਦੇ ਦਰਸ਼ਨ ਜਿਹੜੇ ਆਏ ਨੇ ਜਾ ਕੇ ਕੀਤੇ ਰਤਨ ਰਾਏ ਨੇ। ਗੁਰਾਂ ਦੀ ਹਜ਼ੂਰੀ ਵਿੱਚ ਰਿਹਾ ਤੇ ਇਸ ਇਲਾਕੇ ਵਿੱਚ ਵੀ ਵਿਚਰ ਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ। ਸ਼੍ਰੀ ਗੁਜਰੀ ਢੇਗ ਜਨਨੀ ਸਹਿਤ। ਫਿਰ ਆਪਣੀ ਮਾਤਾ ਨੂੰ ਲੈ ਕੇ ਰਤਨ ਰਾਏ ਤੇ ਸਤਿਗੁਰਾਂ ਦੇ ਮਾਤਾ ਜੀ ਮਾਤਾ ਗੁਜਰੀ ਜੀ ਦੇ ਕੋਲ ਵੀ ਪਹੁੰਚੈ ਬਾਰ ਬਾਰ ਸੁਖ ਲਹਿਤ। ਵਾਰ ਵਾਰ ਭਾਵ ਕਈ ਵਾਰ ਮਾਤਾ ਜੀ ਦੇ ਕੋਲ ਜਾ ਕੇ ਆਪਣੀ ਮਾਤਾ ਨੂੰ ਲੈ ਕੇ ਬੈਠ ਜਾਂਦਾ ਹੈ। ਮਾਤਾ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਬੜੇ ਵੱਡੇ ਸਤਿਗੁਰਾਂ ਦੀ ਕੀਰਤੀ ਵਾਲੇ ਬਚਨ ਜਿਹੜੇ ਮਾਤਾ ਜੀ ਦੇ ਪਾਸੋਂ ਸੁਣ ਕੇ ਬੜਾ ਆਨੰਦਿਤ ਹੁੰਦਾ ਹੈ। ਮਾਤਾ ਜੀ ਬਚਨ ਵਿਲਾਸ ਕਰਦੇ ਆ। ਜੈਸੇ ਵੱਡੇ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਅਸਚਰਜਤਾ ਭਰੇ ਕੌਤਕ, ਜਾਂ ਵੱਡੇ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜਿਹੜੇ ਕੌਤਕ ਮਾਤਾ ਗੁਜਰੀ ਜੀ ਨੇ ਵੇਖੇ ਹੋਏ ਹਨ, ਉਹਨਾਂ ਕੌਤਕਾਂ ਨੂੰ ਮਾਤਾ ਜੀ ਦੱਸਦੇ ਆ। ਸੁਣ ਸੁਣ ਕੇ ਬੜੀ ਖੁਸ਼ੀ ਹੁੰਦੀ ਹੈ।
ਬੜਾ ਆਨੰਦ ਜਾਗਦਾ ਹੈ, ਬੜੀ ਉਮੰਗ ਬਣਦੀ ਹੈ, ਹੋਰ ਵੀ ਸੁਣੀਏ, ਹੋਰ ਵੀ ਸੁਣੀਏ। ਇਸ ਵਾਸਤੇ ਕਈ ਵਾਰੀ ਮਾਤਾ ਜੀ ਦੇ ਪਾਸ ਆਪਣੀ ਮਾਤਾ ਨੂੰ ਲੈ ਕੇ ਰਤਨ ਰਾਏ ਆ ਕੇ ਬੈਠ ਜਾਂਦਾ ਹੈ। ਤੇਮ ਕਲਗੀ ਧਰ ਕੇਤਕ ਦਰਸ਼ਨ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਜਿਹੜੇ ਦਰਸ਼ਨ ਹੈ, ਬਾਰ ਬਾਰ ਪਗ ਪੰਕਜ ਪਰਸਨ। ਵਾਰੰਵਾਰ ਸਤਿਗੁਰਾਂ ਦੇ ਚਰਨਾਂ ਨੂੰ ਪਰਸ਼ਨ ਕਰਦਾ ਹੈ, ਚਰਨਾਂ ਕਵਲਾਂ ਤੇ ਨਮਸਕਾਰ ਕਰਦਾ ਹੈ ਰਤਨ ਰਾਏ, ਤੇ ਸਤਿਗੁਰਾਂ ਦੇ ਦੀਦਾਰ ਕਰਦਾ ਹੈ। ਜਦੋਂ ਗੁਰੂ ਹਜ਼ੂਰੀ ਵਿੱਚ ਜਾਂਦਾ ਹੈ, ਜਿਵੇਂ ਚਕੋਰ ਇੱਕ ਟੱਕ ਨੇਤਰ ਲਾ ਚੰਦਰਮਾ ਨੂੰ ਤੱਕਦੀ ਹੈ, ਇਉਂ ਸਤਿਗੁਰਾਂ ਦੇ ਦੀਦਾਰ ਕਰਦਾ ਹੈ। ਆਪਨ ਦੇਸ਼ ਹਿਤ ਕਰਨ ਚੜਾਈ। ਜਦੋਂ ਗੁਰੂ ਰੂਪ ਸਾਧ ਸੰਗਤ ਕਿੰਨੇ ਮਹੀਨੇ ਗੁਜ਼ਰ ਗਏ ਤੇ ਆਪਣੇ ਦੇਸ਼ ਨੂੰ, ਅਸਾਮ ਦੇਸ਼ ਨੂੰ ਵਾਪਸ ਜਾਣ ਵਾਸਤੇ ਤਿਆਰ ਹੋਇਆ ਹੈ। ਹੱਥ ਜੋੜ ਕਰ ਜਾਚ ਵਿਦਾਈ। ਸਤਿਗੁਰਾਂ ਦੇ ਅੱਗੋਂ ਹੱਥ ਜੋੜ ਕੇ ਵਿਦਾ ਮੰਗੀ ਹੈ, ਹੇ ਪਾਤਸ਼ਾਹ ਕਿਰਪਾ ਕਰੋ ਹੁਣ ਵਿਦਾਇਗੀ ਦਿਓ। ਸਤਿਗੁਰ ਕਹਿ ਕਹਿ ਬਹੁਤ ਟਿਕਾਇਓ। ਸਤਿਗੁਰੂ ਜੀ ਵਾਰ ਵਾਰ ਕਹਿ ਦਿੰਦੇ, ਹੇ ਰਤਨ ਰਾਏ ਕਿਸ ਗੱਲ ਦੀ ਕਾਹਲੀ ਹੈ, ਕਿਸ ਗੱਲ ਦੀ ਸ਼ੀਘਰਤਾ ਹੈ। ਗੁਰੂ ਸਾਹਿਬਾਂ ਤੇ ਭਰੋਸਾ ਰੱਖੋ, ਤੁਹਾਡੇ ਰਾਜ ਕਾਜ ਦੇ ਕੰਮ ਨਿਰਵਿਘਨ ਚੱਲ ਰਹੇ ਹਨ ਤੇ ਚੱਲਦੇ ਰਹਿਣਗੇ, ਸੋ ਟਿਕੇ ਰਹੋ ਕੁਝ ਸਮਾਂ ਇੱਥੇ। ਸਤਿਗੁਰਾਂ ਦਾ ਬਚਨ ਮੰਨ ਕੇ ਫਿਰ ਟਿਕ ਜਾਂਦਾ ਹੈ। ਕਿੰਨੇ ਦਿਨ ਲੰਘਣ ਤੋਂ ਫਿਰ ਵਿਦਾ ਮੰਗਦਾ ਹੈ, ਸਤਿਗੁਰੂ ਜੀ ਫਿਰ ਰੋਕ ਲੈਂਦੇ ਹੈ, ਬਚਨ ਮੰਨ ਕੇ ਫਿਰ ਰੁਕ ਜਾਂਦਾ ਹੈ। ਪੁਨ ਓਰਕ ਚਲਬੋ ਬਨ ਆਇਓ। ਤੇ ਓੜਕ ਨੂੰ ਅੰਤ ਨੂੰ ਫਿਰ ਜਾਣਾ ਤਾਂ ਸੀ ਹੀ ਆਪਣੇ ਦੇਸ਼ ਨੂੰ, ਤੇ ਚੱਲਣ ਦਾ ਸਮਾਂ ਆ ਗਿਆ। ਅਦਕ ਪ੍ਰੇਮ ਤੇ ਨ੍ਰਿਪ ਨਹਿ ਚਹੈ। ਰਾਜਾ ਵੀ ਚਾਹੁੰਦਾ ਨਹੀਂ ਹੈ, ਗੁਰੂ ਚਰਨਾਂ ਕਵਲਾਂ ਦਾ ਪ੍ਰੇਮ ਇੰਨਾ ਗਾੜਾ ਹੈ, ਗੁਰੂ ਚਰਨਾਂ ਕਵਲਾਂ ਦਾ ਇੰਨਾ ਪ੍ਰੇਮ ਹਿਰਦੇ ਵਿੱਚ ਬਣ ਗਿਆ ਹੈ, ਵਿਛੜਨਾ ਚਾਹੁੰਦਾ ਨਹੀਂ ਹੈ ਰਤਨ ਰਾਏ ਵੀ। ਹੋਏ ਕਰ ਤਿਆਰ ਬਹੁਰ ਪੁਰ ਰਹਿ। ਤਿਆਰ ਹੋ ਜਾਂਦਾ ਹੈ ਚਾਲੇ ਵਾਸਤੇ, ਪਰ ਫਿਰ ਰੁਕ ਜਾਂਦਾ ਹੈ। ਚਲੋ ਕੋਈ ਨਹੀਂ, ਠਹਿਰ ਕੇ ਚਲੇ ਜਾਵਾਂਗੇ 2 ਦਿਨ। ਫਿਰ ਤਿਆਰ ਹੁੰਦਾ ਹੈ, ਫਿਰ ਆਪਣਾ ਹੀ ਮਨ ਨਹੀਂ ਮੰਨਦਾ। ਕਦੇ ਸਤਿਗੁਰੂ ਜੀ ਰੋਕ ਲੈਂਦੇ ਆ, ਕਦੇ ਜੇ ਸੋਚਦਾ ਗੁਰੂ ਸਾਹਿਬ ਜੀ ਹੁਣ ਵਿਦਾ ਦੇ ਦੇਣਗੇ, ਤੇ ਆਪਣਾ ਹੀ ਮਨ ਜਿਹੜਾ ਉਹ ਜਾਣ ਨੂੰ ਨਹੀਂ ਕਰਦਾ। ਜ਼ਰੀ ਦੁਸ਼ਾਲੇ ਕੋ ਸਿਰ ਉਪਾਉ। ਤੇ ਜਦੋਂ ਇਸ ਤਰ੍ਹਾਂ ਫਿਰ ਚਾਲੇ ਦੀ ਓੜਕ ਨੂੰ ਤਿਆਰੀ ਹੋ ਹੀ ਗਈ ਹੈ, ਤੇ ਹੋਏ ਕਰ ਤਿਆਰ ਬਹੁਰ ਪੁਰ ਆਇਓ। ਤਿਆਰ ਹੋ ਕਰਕੇ ਸਤਿਗੁਰਾਂ ਦੇ ਕੋਲ ਆਇਆ ਜਿਸ ਵੇਲੇ, ਤੇ ਜਰੀ ਦੁਸ਼ਾਲੇ ਕੋ ਸਿਰ ਪਾਓ। ਜਰੀਦਾਰ ਧਾਗੇ ਨਾਲ ਕੱਢਿਆ ਹੋਇਆ, ਤੇ ਜਿਸ ਨੂੰ ਜਰੀਦਾਰ ਹੀ ਗੋਟਾ ਲੱਗਾ ਹੋਇਆ, ਐਸਾ ਸੋਹਣਾ ਦੁਸ਼ਾਲਾ ਸਿਰ ਪਾਉ ਦੇ ਰੂਪ ਵਿੱਚ ਸਤਿਗੁਰਾਂ ਰਤਨ ਰਾਏ ਨੂੰ ਗੁਰੂ ਘਰ ਵੱਲੋਂ ਬਖਸ਼ਿਆ। ਬਖਸ਼ਿਓ ਗੁਰੂ ਲੀਨ ਚਿਤ ਚਾਉ। ਚਿੱਤ ਦੇ ਚਾਅ ਨਾਲ ਇਹ ਸਿਰੋਂ ਪਾਉ ਗੁਰੂ ਘਰ ਵੱਲੋਂ ਪ੍ਰਾਪਤ ਕੀਤਾ ਹੈ। ਕਹਿ ਭੂਪ ਜਿਮ ਸੁਨਿਓ ਸੋ ਜਸ ਕੋ। ਤੇ ਕਹਿ ਭੂਪ, ਇਹ ਜਿਹੜਾ ਭੂਪ ਜਿਮ ਸੁਣਿਓ ਸੋ ਜਸ ਕੋ। ਰਤਨ ਰਾਏ ਕਹਿਣ ਲੱਗਾ, ਇਹ ਕਲਗੀਆਂ ਵਾਲੇ ਪਾਤਸ਼ਾਹ, ਮੈਂ ਆਪ ਜੀ ਦਾ ਜਿਵੇਂ ਜਸ ਸੁਣਿਆ ਸੀ, ਅਸਾਮ ਵਿੱਚ ਆਪ ਜੀ ਦੀ ਮਹਿਮਾ ਸੁਣੀ ਸੀ, ਕਰਿਓ ਆਏ ਮੈਂ ਤਥਾ ਦਰਸ ਕੋ। ਤੇ ਉਸੇ ਤਰ੍ਹਾਂ ਮੈਂ ਆ ਕੇ ਆਪ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਹੈ। ਸਭ ਵੇਦ ਤੇ ਮੁਝ ਕਰਿਓ ਨਿਹਾਲ। ਹਰ ਤਰ੍ਹਾਂ ਨਾਲ ਆਪ ਜੀ ਨੇ ਮੈਨੂੰ ਨਿਹਾਲ ਕਰ ਦਿੱਤਾ, ਮੈਂ ਕਿਰਤਾਰਥ ਹੋ ਗਿਆ ਹਾਂ। ਹਾਲਤ ਭਲੇ ਲਿਹੋ ਪਲਤ ਵਿਸਾਲ। ਤੇ ਹਾਲਤ ਵਿੱਚ ਮੇਰਾ ਭਲਾ ਹੋ ਗਿਆ, ਲੋਕ ਵਿੱਚ ਮੇਰਾ ਭਲਾ ਹੋ ਗਿਆ,
ਤੇ ਮੈਂ ਦ੍ਰਿੜ ਨਿਸ਼ਚਾ ਰੱਖਦਾ ਹਾਂ ਕਿ ਲਿਹੋਂ ਪਲਤ ਵਿਸਾਲ, ਪ੍ਰਲੋਕ ਵਿੱਚ ਵੀ ਵਿਸਾਲ ਵੱਡਾ ਸੁਖ ਪ੍ਰਾਪਤ ਕਰਾਂਗਾ ਤੁਹਾਡੀ ਕਿਰਪਾ ਨਾਲ। ਗੁਰੂ ਜੀ ਆਪ ਜੀ ਤੇ ਦ੍ਰਿੜ ਭਰੋਸਾ ਹੈ, ਜਿਸ ਕਾਰਨ ਮੈਂ ਇਹ ਨਿਸ਼ਚਿਤ ਰੂਪ ਦੇ ਵਿੱਚ ਜਾਣਦਾ ਹਾਂ ਕਿ ਆਪ ਜੀ ਨੇ ਮੇਰਾ ਪ੍ਰਲੋਕ ਵੀ ਸਵਾਰ ਦਿੱਤਾ ਹੈ। ਕਹਿਓ ਨਾ ਜਾਏ ਗਰੋ ਭਰ ਗਇਓ, ਕਹਿਓ ਨਾ ਜਾਏ, ਰਤਨ ਰਾਏ ਕੋਲੋਂ ਕੁਝ ਕਿਹਾ ਨਹੀਂ ਜਾ ਰਿਹਾ, ਤੇ ਇਸ ਤਰ੍ਹਾਂ ਕਹਿੰਦਿਆਂ ਹੋਇਆਂ ਗਲਾ ਭਰ ਆਇਆ ਹੈ। ਚਲਨ ਕਮਲ ਪਰ ਸਿਰ ਧਰ ਦਇਓ, ਤੇ ਚੱਲਣ ਕਾਲ ਵੇਲੇ ਫਿਰ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਸਿਰ ਰੱਖ ਦਿੱਤਾ ਹੈ। ਤ੍ਰਿਗ ਜਲ ਸੰਗ ਪਖਾਰਨ ਕਰੇ, ਨੇਤਰਾਂ ਦੇ ਵਿੱਚੋਂ ਗੁਰੂ ਚਰਨਾਂ ਕਮਲਾਂ ਦੇ ਪ੍ਰੇਮ ਦਾ ਜਲ ਜਦੋਂ ਨਿਕਲਿਆ, ਬਿਰਹੋਂ ਦੀ ਪੀੜਾ ਅਸਹਿਨੀय ਹੋ ਰਹੀ ਹੈ, ਜਿਸ ਕਾਰਨ ਨੇਤਰਾਂ ਵਿੱਚੋਂ ਵੈਰਾਗ ਦਾ ਜਲ ਵਹਿ ਰਿਹਾ। ਉਸ ਵੈਰਾਗਿਆ ਦੇ ਜਲ ਨਾਲ ਗੁਰਾਂ ਦੇ ਚਰਨਾਂ ਨੂੰ ਰਤਨ ਰਾਏ ਨੇ ਪਖਾਰਿਆ ਹੈ, ਧੋਤਾ ਹੈ। ਗੁਰ ਧੀਰਜ ਦੀਨ ਸਮੁਦ ਧਰੇ, ਸਤਿਗੁਰਾਂ ਧੀਰਜ ਦਿੱਤੀ, ਪ੍ਰਸੰਨਤਾ ਪੂਰਵਕ ਆਸਵਾਸਨ ਦਿੱਤੀ। ਭਗਤ ਗਿਆਨ ਗੁਰ ਸਿੱਖੀ ਸਾਥ, ਸਤਿਗੁਰਾਂ ਨੇ ਭਗਤੀ, ਗਿਆਨ ਤੇ ਗੁਰਸਿੱਖੀ ਦੀ ਦਾਤ ਬਖਸ਼ੀ। ਕਿ ਹੈ ਕਿ ਕਰਮ ਸਿੱਖੀ ਵਾਲੇ ਕਮਾਉਣੇ ਹੈ, ਮੁਖੋਂ ਭਗਤੀ ਕਮਾਉਣੀ ਹੈ, ਹਿਰਦੇ ਗਿਆਨ। ਇਹ ਗੁਰਸਿੱਖੀ ਦਾ ਸਾਰ ਹੈ, ਗੁਰਮਤਿ ਦਾ ਨਿਚੋੜ ਹੈ। ਹਿਰਦੇ ਗਿਆਨ, ਮੁਖ ਭਗਤੀ ਤੇ ਕਰਮ ਜਿਹੜੇ ਆ ਉਹ ਗੁਰਸਿੱਖਾਂ ਵਾਲੇ, ਅਰਥਾਤ ਕਰਮ ਪਰਉਪਕਾਰਤਾ ਵਾਲੇ, ਮੁਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਤੇ ਹਿਰਦੇ ਅੰਦਰ ਸਰੂਪ ਦਾ ਗਿਆਨ। ਇਹ ਦਾਤ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਨੇ ਰਤਨ ਰਾਏ ਨੂੰ ਬਖਸ਼ ਦਿੱਤੀ ਹੈ। ਬਖਸ਼ਿਸ਼ ਕਰੀ ਤਬਹਿ ਗੁਰਨਾਥ, ਨਾਥ ਸੁਆਮੀ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਦਾਤ ਵਡਮੁੱਲੀ ਬਖਸ਼ਿਸ਼ ਜਿਹੜੀ ਹੈ ਇਹ ਰਤਨ ਰਾਏ ਨੂੰ ਬਖਸ਼ ਦਿੱਤੀ ਹੈ। ਜਨਨੀ ਸਹਿਤ ਸਚਵ ਗਾਨ ਸਬੈ, ਆਪਣੀ ਮਾਤਾ ਅਤੇ ਆਪਣੇ ਸਚਿਵ ਮੰਤਰੀਆਂ ਦੇ ਸੰਯੁਗਤ ਕਰ ਕਰ ਨਮੋ ਪਿਆਨੇ ਤਬੈ, ਗੁਰੂ ਚਰਨਾਂ ਕਮਲਾਂ ਤੇ ਸਾਰਿਆਂ ਨੇ ਨਮਸਕਾਰ ਕੀਤੀ, ਗੁਰਾਂ ਕੋਲੋਂ ਵਿਦਾਇਗੀ ਲਈ ਹੈ। ਸਤਿਗੁਰਾਂ ਨੇ ਸਾਰਿਆਂ ਨੂੰ ਹੀ ਗੁਰੂ ਘਰ ਵੱਲੋਂ ਜਿਹੜਾ ਪ੍ਰਸ਼ਾਦ ਹੈ ਉਹ ਸਾਰਿਆਂ ਨੂੰ ਦੇਣਾ ਕੀਤਾ ਹੈ। ਨੀਠ ਨੀਠ ਕਰ ਬਿਸਰਿਓ ਰਾਜਾ, ਵਿਛੜਨਾ ਚਾਹੁੰਦਾ ਨਹੀਂ ਹੈ, ਬੜਾ ਪ੍ਰੇਮ ਹੈ ਗੁਰੂ ਚਰਨਾਂ ਕਮਲਾਂ ਦਾ ਬਣ ਗਿਆ। ਪ੍ਰੇਮ ਪ੍ਰਥਮ ਹੀ ਸੀ ਜਦੋਂ ਅਸਾਮ ਤੋਂ ਚੱਲਿਆ, ਪਰ ਹੁਣ ਜਦ ਗੁਰੂ ਚਰਨਾਂ ਕਮਲਾਂ ਵਿੱਚ ਆ ਕੇ ਕੁਝ ਕਾਲ ਰਿਹਾ ਹੈ ਤਾਂ ਉਹ ਪ੍ਰੇਮ ਦੇ ਵਿੱਚ ਹੋਰ ਵੀ ਦ੍ਰਿੜਤਾ, ਹੋਰ ਵੀ ਪਰਪੱਕਤਾ ਬਣ ਗਈ ਹੈ। ਤੇ ਹੁਣ ਤੇ ਮਨ ਜਿਹੜਾ ਹੈ ਨਾ ਉਹ ਰੋਜ਼ ਦਰਸ਼ਨਾਂ ਨੂੰ ਗਿੱਝ ਗਿਆ ਹੋਇਆ, ਰੋਜ਼ ਗੁਰਾਂ ਦੇ ਬਚਨ ਕੰਨਾਂ ਵਿੱਚ ਪੈਂਦੇ ਆ, ਰੋਜ਼ ਮਾਤਾ ਜੀ ਦੇ ਕੋਲ ਜਾ ਕੇ ਵੱਡੇ ਗੁਰਾਂ ਦੀ ਕੀਰਤੀ ਸੁਣਨ ਨੂੰ ਮਿਲਦੀ ਹੈ, ਰੋਜ਼ ਗੁਰੂ ਹਜ਼ੂਰੀ ਦੇ ਵਿੱਚ ਜੋ ਰਸ ਹੈ, ਆਨੰਦ ਹੈ ਉਹ ਪ੍ਰਾਪਤ ਹੁੰਦਾ ਹੈ। ਹੁਣ ਪ੍ਰੇਮ ਇਤਨਾ ਪ੍ਰਪੱਕ ਹੈ ਕਿ ਵਿਛੜਨਾ ਚਾਹੁੰਦਾ ਨਹੀਂ ਹੈ। ਮਨ ਨਹੀਂ ਚਾਹੁੰਦਾ ਮੈਂ ਜਾਵਾਂ, ਪਰ ਹੁਣ ਪਿੱਛੇ ਅਸਾਮ ਵਿੱਚ ਵੀ ਜਾਣਾ ਹੈ। ਨੀਠ ਨੀਠ ਕਰ ਬਿਸਰਿਓ ਰਾਜਾ, ਮਸਾਂ ਮਸਾਂ ਵਿਛੜਿਆ ਹੈ ਰਾਜਾ, ਭਾਵ ਚੱਲਿਆ ਇੱਥੋਂ ਅਨੰਦਪੁਰ ਸਾਹਿਬ ਨਗਰੀ ਤੋਂ। ਚੜ ਕਰ ਚੱਲਿਓ ਸਮੇਤ ਸਮਾਜਾ, ਆਪਣੇ ਸਾਰੇ ਸਮਾਜ ਸੰਯੁਗਤ ਚੜ੍ਹਾਈ ਕਰਕੇ ਚੱਲ ਪਿਆ। ਦੋਹਰਾ ਗਇਓ ਨ੍ਰਿਪਤ ਗਾਜ ਕੋ ਅਰਪ, ਇਸ ਤਰ੍ਹਾਂ ਸਤਿਗੁਰਾਂ ਨੂੰ ਗਾਜ ਨਾਮ ਹਾਥੀ ਪ੍ਰਸ਼ਾਦੀ ਹਾਥੀ ਭੇਟਾ ਕਰਕੇ ਚਲਿਆ ਗਿਆ।
ਚਿਤਵਤ ਗੁਰੂ ਬਿਹਾਲ। ਇਹ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਨੂੰ ਚਿਤਵਦਾ ਹੈ। ਗੁਰਾਂ ਦੀ ਯਾਦ ਮਨ ਦੇ ਵਿੱਚ ਨਿਰੰਤਰ ਬਣੀ ਹੈ, ਜਿਸ ਕਰਕੇ ਪ੍ਰੇਮ ਕਾਰਨ ਬੇਹਾਲ ਹੋ ਰਿਹਾ। ਹੁਣ ਜਿਵੇਂ ਜਿਵੇਂ ਦੂਰੀ ਬਣਦੀ ਜਾ ਰਹੀ ਤਨ ਕਰਕੇ, ਉਵੇਂ ਉਵੇਂ ਮਨ ਕਰਕੇ ਹੋਰ ਅਧਿਕ ਨੇੜਤਾ ਬਣਦੀ ਜਾ ਰਹੀ। ਤਨ ਕਰਕੇ ਗੁਰਾਂ ਤੋਂ ਦੂਰ ਹੋਈ ਜਾ ਰਿਹਾ, ਭਾਵ ਅਸਾਮ ਨੂੰ ਜਾ ਰਿਹਾ। ਮਨ ਵਿੱਚ ਉਤਨੀ ਹੀ ਜ਼ਿਆਦਾ ਅਧਿਕ ਯਾਦ, ਉਤਨੀ ਹੀ ਜ਼ਿਆਦਾ ਅਧਿਕ ਸਤਿਗੁਰਾਂ ਦੇ ਨਾਲ ਬਿਤਾਏ ਜਿਹੜੇ ਪਲ ਹਨ, ਉਹ ਹੋਰ ਜ਼ਿਆਦਾ ਚੇਤੇ ਆਉਂਦੇ ਹੈ। ਯਥਾ ਸੁਸ਼ੀਲ ਸਰੂਪ ਕੋ। ਜਿਸ ਤਰ੍ਹਾਂ ਸਤਿਗੁਰਾਂ ਦਾ ਸੁੰਦਰ ਸਰੂਪ ਹੈ, ਜਿਵੇਂ ਸਤਿਗੁਰਾਂ ਦਾ ਸ਼ੀਤਲ ਠੰਡਾ ਸੁਭਾਅ ਹੈ, ਜਿਵੇਂ ਸਤਿਗੁਰਾਂ ਦੀ ਰਸਨਾ ਚੋਂ ਅੰਮ੍ਰਿਤ ਵਰਸਦਾ ਹੈ। ਕਰਤ ਸਰਾਹ ਵਿਸ਼ਾਲ। ਵੱਡੀ ਸਲੌਤਾ ਕਰਦਾ ਜਾਂਦਾ ਆਪਣੇ ਸੰਗੀ ਮੰਤਰੀ ਗਣਾਂ ਦੇ ਨਾਲ, ਸਾਰੇ ਮਾਰਗ ਵਿੱਚ ਗੁਰੂ ਮਹਿਮਾ ਹੀ ਕਰਦਾ ਜਾ ਰਿਹਾ। ਬਚਨ ਚੱਲਦੇ ਤੇ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੇ ਬਚਨ ਚੱਲਦੇ ਆ, ਤੇ ਆਨੰਦਪੁਰ ਸਾਹਿਬ ਨਗਰੀ ਦੇ ਬਚਨ ਚੱਲਦੇ ਆ, ਤੇ ਮਾਤਾ ਗੁਜਰੀ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਨਗਰੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਹੀ ਬਚਨ ਵਿਲਾਸ ਕਰਦਿਆਂ ਗੁਰੂ ਕੀਰਤੀ ਕਰਦਿਆਂ ਜਾ ਰਿਹਾ ਹੈ। ਜਾਓ ਪਈ ਪੁਰੀ ਆਨੰਦ ਆਨੰਦ ਬਿਲੰਦ। ਸ੍ਰੀ ਆਨੰਦਪੁਰ ਸਾਹਿਬ ਨਗਰੀ, ਜਿੱਥੇ ਬਿਲੰਦ ਵੱਡੇ ਆਨੰਦ ਹਨ, ਆਨੰਦਾਂ ਦੀ ਪੁਰੀ ਹੈ। ਇਹ ਸਤਿਗੁਰਾਂ ਨੇ ਜਿਹੜੀ ਆਨੰਦਪੁਰੀ ਵਸਾਈ ਹੈ, ਆਨੰਦਾਂ ਦੀ ਹੀ ਪੁਰੀ ਵਸਾਈ ਹੈ। ਕਰਤ ਪ੍ਰਕਾਸ਼ਨ ਗੁਰੂ ਮੁਕੰਦ। ਇਹ ਮੁਕਤੀ ਦਾਤੇ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਇੱਥੇ ਆਨੰਦ ਹੀ ਪ੍ਰਕਾਸ਼ਦੇ ਹਨ। ਘਣਾ ਆਨੰਦ ਸਤਿਗੁਰੂ ਜੀ ਬਖਸ਼ਦੇ ਹੈ। ਚਲੀ ਆਏ ਜਹ ਕਹਿ ਕੀ ਸੰਗਤ। ਇਸ ਤਰ੍ਹਾਂ ਗੁਰੂ ਪਿਆਰਿਓ ਰਤਨ ਰਾਏ ਤੇ ਚਲਿਆ ਗਿਆ, ਪਰ ਹੋਰ ਬੇਅੰਤ ਸਿੱਖ ਸੰਗਤਾਂ ਗੁਰੂ ਦਰਸ਼ਨਾਂ ਵਾਸਤੇ ਦੂਰ ਦਰਾਡਿਆਂ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਨਗਰੀ ਆਉਂਦੀਆਂ। ਨਿਤ ਨਵੀਨ ਗਨ ਬੈਠੈ ਪੰਗਤ। ਨਿਤਾਂ ਪ੍ਰਤੀ ਨਵੀਆਂ ਸੰਗਤਾਂ ਆਉਂਦੀਆਂ, ਵੱਖ-ਵੱਖ ਇਲਾਕਿਆਂ ਤੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੰਗਤਾਂ ਸਜਦੀਆਂ। ਆਏ ਅਕੋਰਨ ਕੇ ਅੰਬਾਰ। ਹਰ ਸੰਗਤਾਂ ਜਥਾ ਸ਼ਕਤ ਭੇਟਾਵਾਂ ਲੈ ਕੇ ਆਉਂਦੀਆਂ, ਖਾਲੀ ਹੱਥ ਨਹੀਂ ਆਉਂਦੀਆਂ। ਗੁਰੂ ਦਰਸ਼ਨਾਂ ਵਾਸਤੇ ਸੰਗਤਾਂ ਰੀਤੇ ਹੱਥ ਨਹੀਂ ਆਉਂਦੀਆਂ, ਕਿਉਂਕਿ ਐਸੀ ਹੀ ਪ੍ਰਥਾ ਹੈ, ਸੀ ਚਾਹੀਦੀ ਵੀ ਹੈ ਕਿ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਦੋਂ ਜਾਣਾ ਹੈ ਤੇ ਜਿੰਨੀ ਵੀ ਸਮਰੱਥਾ ਹੋਵੇ, ਚਾਹੇ ਕੌਡੀ ਦੀ ਹੀ ਕਿਉਂ ਨਾ ਸਮਰੱਥਾ ਹੋਵੇ, ਪਰ ਰਿੱਤੇ ਹੱਥ ਖਾਲੀ ਹੱਥ ਗੁਰੂ ਦਰਸ਼ਨਾਂ ਨੂੰ ਨਹੀਂ ਜਾਣਾ ਚਾਹੀਦਾ। ਜਿਤਨੀ ਵੀ ਸਮਰੱਥਾ ਹੋਵੇ, ਗੁਰੂ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਹੀ, ਗੁਰਾਂ ਦੀ ਦਰਸ਼ਨੀ ਭੇਟਾ ਗੁਰਾਂ ਦੇ ਸਨਮੁਖ ਰੱਖ ਕੇ ਹੀ ਗੁਰਾਂ ਦੇ ਪਾਵਨ ਦੀਦਾਰ ਕਰਨ ਜਾਣਾ ਚਾਹੀਦਾ। ਸੋ ਬੇਅੰਤ ਸਿੱਖ ਸੰਗਤਾਂ ਆਉਂਦੀਆਂ ਗੁਰੂ ਪਿਆਰਿਓ, ਤੇ ਜਥਾ ਸ਼ਕਤ ਨਜ਼ਰਾਨੇ ਲੈ ਕੇ ਆਉਂਦੀਆਂ। ਜਿੰਨੀ ਜਿੰਨੀ ਕਿਸੇ ਦੀ ਸਮਰੱਥਾ ਹੈ, ਕੋਈ ਰਤਨ ਰਾਏ ਵਾਂਗੂ ਬੇਸ਼ ਕੀਮਤੀ ਭੇਟਾਵਾਂ ਵੀ ਲਿਆਉਂਦੇ ਹੈ। ਕਈ ਗਰੀਬ ਗੁਰਸਿੱਖ ਕੋਈ ਆਟਾ ਲੈ ਆਉਂਦਾ ਸਿੱਧਾ ਥੋੜ੍ਹਾ ਜਿਹਾ, ਜਿੰਨੀ ਕੁ ਸਮਰੱਥਾ ਹੈ, ਕੋਈ ਕਣਕ ਲੈ ਆਉਂਦਾ ਹੈ। ਕਿਸੇ ਕੋਲ ਇਹ ਸਮਰੱਥਾ ਨਹੀਂ ਤੇ ਉਹ ਫੁੱਲ ਲੈ ਆਉਂਦਾ ਹੈ। ਗੁਰੂ ਚਰਨਾਂ ਵਿੱਚ ਭੇਟਾ ਕਰਕੇ ਗੁਰਾਂ ਦੇ ਦਰਸ਼ਨ ਕਰਦਾ। ਭੇਟਾਵਾਂ ਦੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਨਮੁਖ ਭੇਟਾਵਾਂ ਦੇ ਅੰਬਾਰ ਲੱਗ ਜਾਂਦੇ, ਢੇਰ ਲੱਗ ਜਾਂਦੇ। ਦੇਸ਼ ਦੇਸ਼ ਕੇ ਤੁਰੰਗ ਉਦਾਰ। ਦੇਸ਼ ਦੇਸ਼ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਬੜੇ ਸੁੰਦਰ ਸੋਹਣੇ ਤੁਰੰਗ ਘੋੜੇ। ਪਾਏ ਹੁਕਮ ਗੁਰ ਕੋ ਗਾਨ ਦਾਸ। ਗੁਰੂ ਹੁਕਮ ਪਾ ਕੇ ਗੁਰਾਂ ਦੇ ਦਾਸ ਜਿਹੜੇ ਐ ਉਹ ਲੈ ਕੇ ਆਉਂਦੇ ਆ, ਕਿਉਂਕਿ ਗੁਰਾਂ ਦੀਆਂ ਖੁਸ਼ੀਆਂ
ਘੋੜੇ ਤਥਾ ਸ਼ਸਤਰ ਨੂੰ ਵੇਖ ਕੇ ਅਦਕ ਪ੍ਰਾਪਤ ਹੁੰਦੀਆਂ। ਇਸ ਵਾਸਤੇ ਕਈ ਸੰਗਤਾਂ ਜਿਨ੍ਹਾਂ ਦੀ ਸਮਰੱਥਾ ਹੈ ਉਹ ਸੋਹਣੇ ਘੋੜੇ ਸ਼ਸਤਰ ਲੈ ਕੇ ਆਉਂਦੀਆਂ ਸੰਗਤਾਂ। ਕਈ ਜਿਨ੍ਹਾਂ ਕੋਲ ਸਮਰੱਥਾ ਤੇ ਨਹੀਂ ਹੈ ਪਰ ਅਮਕੇ ਇਲਾਕੇ ਵਿੱਚ ਬੜੇ ਸੋਹਣੇ ਘੋੜੇ ਹੈ, ਉਹ ਸਤਿਗੁਰਾਂ ਨੂੰ ਆ ਕੇ ਸੂਚਨਾ ਦੇ ਦਿੰਦੇ ਆ ਜੀ ਫਲਾਣੇ ਥਾਂ ਤੋਂ ਬੜੇ ਅਦੁੱਤੀ ਘੋੜੇ ਅਸੀਂ ਵੇਖੇ ਹੈ। ਸਤਿਗੁਰੂ ਜੀ ਮਸੰਦ ਗੁਰਸਿੱਖਾਂ ਨੂੰ ਨਾਲ ਭੇਜ ਦਿੰਦੇ, ਮਾਮਲਾ ਤਾਰ ਕੇ ਘੋੜੇ ਮੰਗਾ ਲੈਂਦੇ। ਇਉਂ ਬੜੇ ਅਦੁੱਤੀ ਘੋੜੇ ਗੁਰਾਂ ਦੇ ਪਾਸ ਆਉਂਦੇ ਐ। ਰਹਿਣ ਲੱਗੇ ਹਰਖਤ ਹੋਏ ਪਾਸ। ਤੇ ਕਈ ਗੁਰਸਿੱਖ ਜਿਹੜੇ ਐ ਬੜੀ ਖੁਸ਼ੀ ਬੜੀ ਪ੍ਰਸੰਨਤਾ ਨਾਲ ਗੁਰੂ ਹਜ਼ੂਰੀ ਵਿੱਚ ਰਹਿਣ ਲੱਗ ਪਏ ਐ। ਸ਼ਸਤਰ ਗਹਿ ਅਭਿਆਸ ਕਮਾਵੇ। ਇਹ ਸ਼ਸਤਰ ਪਕੜ ਕੇ ਅਭਿਆਸ ਕਰਦੇ ਐ, ਪੱਟੇਬਾਜ਼ੀ ਦੀ ਵਿਦਿਆ ਦਾ ਅਭਿਆਸ, ਕਵਾਇਦ ਵਿਦਿਆ ਦਾ ਅਭਿਆਸ। ਤੀਰ ਤੁਪਕ ਤਲਵਾਰ ਚਲਾਵੇ। ਤੀਰ ਚਲਾਉਂਦੇ ਐ, ਤੁਪਕ ਬੰਦੂਕਾਂ ਚਲਾਉਂਦੇ ਐ, ਤਲਵਾਰਾਂ ਤੇ ਢਾਲਾਂ ਦੇ ਨਾਲ ਗਤਕਾ ਖੇਲਦੇ ਐ। ਸਭ ਜਾਤਨ ਕੇ ਬਨ ਹੈ ਸਿਪਾਹੀ। ਫਿਰ ਸਾਰੀਆਂ ਜਾਤੀਆਂ ਦੇ ਹੀ ਆਉਂਦੇ ਗੁਰੂ ਹਜ਼ੂਰੀ ਵਿੱਚ। ਕੋਈ ਵਿਤਕਰਾ ਨਹੀਂ, ਕੋਈ ਭੇਦ ਭਾਵ ਨਹੀਂ। ਕਿਸੇ ਵੀ ਜਾਤੀ ਦਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਕੋਈ ਸੇਵਕ ਆਉਂਦਾ ਹੈ, ਸਤਿਗੁਰੂ ਜੀ ਸਭਨਾਂ ਨੂੰ ਹੀ ਆਪਣੀ ਹਜ਼ੂਰੀ ਵਿੱਚ ਰੱਖਦੇ ਹੈ ਤੇ ਗੁਰਾਂ ਦੀ ਹਜ਼ੂਰੀ ਵਿੱਚ ਸਿਪਾਹੀ ਬਣ ਕੇ ਰਹਿੰਦੇ ਹੈ। ਵਧਹਿ ਵੀਰ ਰਸ ਬਹੁ ਔਰ ਮਾਹੀ। ਤੇ ਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਤੇ ਸ਼ਸਤਰ ਵਿਦਿਆ ਦਾ ਅਭਿਆਸ ਕਰਦਿਆਂ ਵੇਖ ਸਿੱਖਾਂ ਨੂੰ, ਘੋੜ ਦੌੜ ਘੋੜ ਸਵਾਰੀ ਕਰਦਿਆਂ ਵੇਖ ਸਿੱਖਾਂ ਨੂੰ, ਨਵੇਂ ਆਉਣ ਵਾਲੇ ਸਿੱਖਾਂ ਦੇ ਮਨ ਦੇ ਵਿੱਚ ਨਵਾਂ ਉਤਸ਼ਾਹ ਤੇ ਨਵਾਂ ਵੀਰ ਰਸ ਵੱਧਦਾ ਹੈ। ਏਤਕ ਕਰ ਹੈ ਨੌਕਰੀ ਆਏ। ਤੇ ਇਸ ਤਰ੍ਹਾਂ ਕਈ ਜਿਹੜੇ ਕਸ਼ਤਰੀ ਅਤੇ ਪਠਾਨ ਲੋਕ ਹੈ, ਜਦੋਂ ਸਤਿਗੁਰਾਂ ਦੀ ਇਸ ਤਰ੍ਹਾਂ ਦੀ ਮਹਿਮਾ ਸੁਣਦੇ ਆ ਕਿ ਕਲਗੀਆਂ ਵਾਲੇ ਪਾਤਸ਼ਾਹ ਵੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਵੱਤ ਫੌਜ ਤਿਆਰ ਕਰ ਰਹੇ ਹਨ ਸ਼ਸਤਰ ਧਾਰੀ। ਤੇ ਕਈ ਨੌਕਰੀਆਂ ਵਾਸਤੇ ਵੀ ਆਉਂਦੇ ਆ, ਕਸ਼ਤਰੀ ਸੂਰਮੇ ਰਾਜਪੂਤਾਣੇ ਵਿੱਚੋਂ ਵੀ ਆਉਂਦੇ ਆ ਤੇ ਪਠਾਨ ਵੀ ਜਿਹੜੇ ਕਾਬਲ ਕੰਧਾਰ ਵੱਲੋਂ ਜਾਂ ਹੋਰ ਇਲਾਕਿਆਂ ਦੇ ਵਿੱਚੋਂ ਪਠਾਨ ਵੀ ਗੁਰੂ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ ਆਉਂਦੇ। ਸਤਿਗੁਰੂ ਜੀ ਕੋਈ ਵਿਤਕਰਾ ਨਹੀਂ ਕਰਦੇ, ਜਿਸ ਤਰ੍ਹਾਂ ਦਾ ਵੀ ਕੋਈ ਚੱਲ ਕੇ ਆਉਂਦਾ ਹੈ ਸਤਿਗੁਰੂ ਜੀ ਉਹਨੂੰ ਫੌਜ ਵਿੱਚ ਭਰਤੀ ਕਰਦੇ ਹੈ। ਲੇਹ ਰਜ਼ੀਨਾ ਧਨ ਗਨ ਪਾਏ। ਤੇ ਫਿਰ ਧਨ ਗਨ ਸਮੂਹ ਧਨ ਜਿਹੜਾ ਉਹ ਪ੍ਰਾਪਤ ਕਰਦੇ ਰੋਜ਼ੀਨਾ ਰੋਜ਼ ਦਾ, ਜਿੰਨਾ ਕੁ ਮਾਮਲਾ ਨਿਯੁਕਤ ਕੀਤਾ ਹੋਇਆ ਹੁੰਦਾ, ਕਿਉਂਕਿ ਸਤਿਗੁਰਾਂ ਨੇ ਅੱਗੋਂ ਸਿੱਖਾਂ ਨੂੰ ਦ੍ਰਿੜ ਕਰਵਾਇਆ ਹੋਇਆ। ਜੈਸੇ ਭਾਈ ਨੰਦ ਚੰਦ ਜੀ, ਮਾਮਾ ਕਿਰਪਾਲ ਚੰਦ ਜੀ, ਇਸੇ ਪ੍ਰਕਾਰ ਜਿਹੜੇ ਹੋਰ ਗੁਰਾਂ ਦੇ ਸਿਆਣੇ ਗੁਰਸਿੱਖ ਦਇਆ ਰਾਮ ਪ੍ਰੋਹਤ ਹੈ, ਉਹ ਸਾਰਾ ਪ੍ਰਬੰਧ ਅੱਗੋਂ ਸੰਭਾਲਦੇ ਆ। ਵੇਖ ਲੈਂਦੇ ਆ ਜਿਹੜਾ ਪ੍ਰਥਮ ਹੀ ਸ਼ਸਤਰ ਵਿਦਿਆ ਵਿੱਚ ਪ੍ਰਾਂਗਤ ਹੈ, ਸੂਰਮਾ ਹੈ, ਜਿਹਨੂੰ ਪੱਟੇਬਾਜ਼ੀ ਦੀ ਵਿਦਿਆ ਆਉਂਦੀ ਹੈ, ਉਹਦੇ ਅਨੁਸਾਰ ਤਨਖਾਹ ਦਾ ਨਿਯੁਕਤ ਕਰ ਦਿੰਦੇ ਹੈ। ਜਿਹੜਾ ਹਲੇ ਕੁਝ ਵੀ ਸਿੱਖਿਆ ਹੋਇਆ ਨਹੀਂ ਹੈ, ਜਿਹਨੇ ਹਲੇ ਸਿੱਖਣਾ ਹੈ, ਵੈਸੇ ਹੀ ਆ ਕੇ ਫੌਜ ਵਿੱਚ ਭਰਤੀ ਹੋ ਰਿਹਾ ਹੈ, ਉਹਨੂੰ ਉਹਦੇ ਅਨੁਸਾਰ ਤਨਖਾਹ ਨਿਰਧਾਰਿਤ ਕਰ ਦਿੱਤੀ ਜਾਂਦੀ ਹੈ। ਤੇ ਰੋਜ਼ ਦੀ ਰੋਜ਼ ਆਪਣੀ ਜਿਹੜੀ ਤਨਖਾਹ ਹੈ ਉਹ ਸਿਪਾਹੀ ਪ੍ਰਾਪਤ ਕਰਦੇ ਹੈ। ਭਾਈ ਫੌਜ ਗੁਰ ਸੰਗ ਹਜ਼ਾਰਾਂ। ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਇਕੱਤਰਤ ਹੋ ਗਈ ਹੈ। ਕਹਿ ਜੈਕਾਰਾ ਦਰਸ ਨਿਹਾਰੈ। ਅਤੇ ਸਤਿਗੁਰਾਂ ਦੀ ਜੈ ਜੈਕਾਰ ਕਰਦੇ ਹੈ ਸਾਰੇ, ਭਾਵ ਗੁਰੂ ਦੀ ਕੀਰਤੀ ਮਹਿਮਾ ਕਰਦੇ ਹੈ ਤੇ ਸਤਿਗੁਰਾਂ ਦੇ ਦੀਦਾਰ, ਗੁਰਾਂ ਦੇ ਦਰਸ਼ਨ ਕਰਦੇ ਹੈ।
ਬਖਸ਼ਿਸ਼ ਬਖਸ਼ਹਿ ਗੁਰ ਸਮੁਦਾਇਆ। ਸਤਿਗੁਰੂ ਜੀ ਸਾਰਿਆਂ ਨੂੰ ਹੀ ਬੇਅੰਤ ਬਖਸ਼ਿਸ਼ਾਂ ਬਖਸ਼ਦੇ ਆ। ਜਿਹੜੀਆਂ ਤਨਖਾਹਾਂ ਮਿਲਦੀਆਂ ਉਹ ਤੇ ਅਲੱਗਾ ਹਨ, ਗੁਰੂ ਘਰ ਵੱਲੋਂ ਬਖਸ਼ਿਸ਼ਾਂ ਵੀ ਬੇਅੰਤ ਹੁੰਦੀਆਂ। ਆਪਨੋ ਜਾਨ ਕਰਹਿ ਬਹੁ ਦਾਇਆ। ਆਪਣੀ ਜਾਨ ਆਪਣੀ ਸ਼ਰਨ ਵਿੱਚ ਆਏ ਲਖ ਬੜੀ ਦਇਆ ਕਰਦੇ ਆ ਕਲਗੀਆਂ ਵਾਲੇ ਪਾਤਸ਼ਾਹ। ਈਖਨ ਸ਼ਸਤਰਨ ਕੋ ਗਹਿਵਾਵੈ। ਭਾਵੇਂ ਕੋਈ ਸੇਵਾ ਵਿੱਚ ਰਹਿ ਰਿਹਾ ਹੈ ਤੇ ਭਾਵੇਂ ਤਨਖਾਹ ਤੇ ਰਹਿ ਰਿਹਾ, ਸਤਿਗੁਰੂ ਜੀ ਤਿੱਖੇ ਸੋਹਣੇ ਸੋਹਣੇ ਸ਼ਸਤਰ ਜਿਹੜੇ ਹੈ ਉਹਨਾਂ ਨੂੰ ਗਾਤਰੇ ਪਾਉਣ ਵਾਸਤੇ ਦਿੰਦੇ ਹੈ। ਚਪਲ ਬਲੀ ਹੈ ਦੇਤ ਤਵਾਵੈ। ਤੇ ਚੰਚਲ ਘੋੜੇ ਸਤਿਗੁਰੂ ਜੀ ਦਿੰਦੇ ਹੈ ਸਿਪਾਹੀਆਂ ਨੂੰ, ਤੇ ਘੋੜੇ ਗੁਰਾਂ ਕੋਲੋਂ ਲੈ ਕੇ ਫਿਰ ਉਹਨਾਂ ਨੂੰ ਦੜਾਉਂਦੇ ਐ ਭਜਾਉਂਦੇ ਐ। ਨਹੀਂ ਦਮਾਮਾ ਦਲ ਮਹਿ ਚੀਨਾ। ਸਤਿਗੁਰਾਂ ਨੇ ਵੇਖਿਆ ਫੌਜ ਹਜ਼ਾਰਾਂ ਵਿੱਚ ਇਕੱਤਰਤ ਹੋ ਗਈ ਹੈ, ਪਰ ਫੌਜ ਵਿੱਚ ਦਮਾਮਾ ਨਹੀਂ ਹੈ, ਫੌਜ ਵਿੱਚ ਨਗਾਰਾ ਨਹੀਂ ਹੈ। ਸ੍ਰੀ ਸਤਿਗੁਰੂ ਵਿਚਾਰਨ ਕੀਨਾ। ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਨੇ ਵਿਚਾਰਿਆ ਹੈ, ਅਬ ਧੁੰਦਬ ਚਹੀਆ ਹੈ ਬਨਵਾਇਓ। ਇਹ ਹੁਣ ਧੁੰਦਬ ਜਿਹੜਾ ਨਗਾਰਾ ਹੈ ਉਹ ਤਿਆਰ ਕਰਵਾਉਣਾ ਚਾਹੀਦਾ ਹੈ। ਹਿਤ ਉਤਸਾਹ ਬਨਹਿ ਬਜਵਾਇਓ। ਤੇ ਉਤਸ਼ਾਹ ਵਾਸਤੇ ਬਣਨਾ ਚਾਹੀਦਾ, ਕਿਉਂਕਿ ਜਦੋਂ ਵੱਜੇਗਾ ਤੇ ਸੂਰਮਿਆਂ ਦੇ ਹਿਰਦੇ ਵਿੱਚ ਸੁਭਾਵਕ ਹੀ ਸੂਰਬੀਰਤਾ ਦਾ ਉਤਸ਼ਾਹ ਵਧੇਗਾ। ਰਹਿ ਹੈ ਸਦਨ ਗੁਰ ਸਦਾ ਭਵਿਖ। ਤੇ ਫਿਰ ਭਵਿੱਖ ਵਿੱਚ ਵੀ ਸਦਾ ਨਾਮ ਹਮੇਸ਼ਾ ਹੀ ਇਹ ਨਗਾਰਾ ਗੁਰੂ ਘਰ ਦੇ ਵਿੱਚ ਬਰਕਰਾਰ ਰਹੇਗਾ ਹਮੇਸ਼ਾ ਹੀ। ਇਹ ਸਤਿਗੁਰਾਂ ਦੇ ਉਹ ਵਚਨ ਅੱਜ ਵੀ ਸੱਤਿ ਹਨ। ਹਰੇਕ ਗੁਰੂ ਘਰ ਦੇ ਵਿੱਚ ਗੁਰੂ ਪਿਆਰਿਓ ਗੁਰੂ ਕੇ ਨਗਾਰੇ ਵੱਜਦੇ ਹਨ। ਨਗਾਰੇ ਹਰ ਤਖਤਾਂ ਤੇ ਹਰ ਧਾਰਮਿਕ ਗੁਰੂ ਸਾਹਿਬਾਂ ਦੇ ਇਤਿਹਾਸਕ ਸਥਾਨਾਂ ਤੇ ਨਗਾਰੇ ਜਿਹੜੇ ਆ ਉਹ ਗੁਰੂ ਹਜ਼ੂਰੀ ਵਿੱਚ ਵਜਾਏ ਜਾਂਦੇ ਹਨ। ਸਤਿਗੁਰੂ ਜੀ ਵਿਚਾਰ ਰਹੇ ਨਗਾਰਾ ਬਣਨਾ ਚਾਹੀਦਾ ਜਿਹੜਾ ਸਦੀਵ ਭਵਿੱਖ ਵਿੱਚ ਹਮੇਸ਼ਾ ਹੀ ਗੁਰੂ ਘਰ ਵਿੱਚ ਰਹੇਗਾ। ਯਹ ਕਹਿ ਰਾਜ ਕਰਹਿ ਗਨ ਸਿੱਖ। ਤੇ ਗਨ ਸਮੂਹ ਸਿੱਖਾਂ ਨੇ ਆਉਣ ਵਾਲੇ ਸਮੇਂ ਵਿੱਚ ਜਿੱਥੇ ਕਿੱਥੇ ਰਾਜ ਕਰਨਾ ਹੈ, ਜਿੱਥੇ ਕਿੱਥੇ ਸਿੱਖਾਂ ਦਾ ਰਾਜ ਸਥਾਪਿਤ ਹੋਵੇਗਾ। ਸਾਗਰ ਲੋ ਅਵਨੀ ਥਲ ਸਾਰਾ। ਸਮੁੰਦਰ ਤੱਕ ਜਿਤਨਾ ਵੀ ਇਹ ਅਵਨੀ ਇਹ ਪ੍ਰਿਥਵੀ ਵਾਲਾ ਸਥਾਨ ਹੈ, ਸਮੁੰਦਰ ਦੇ ਸ਼ੋਰ ਤੱਕ ਜਿੰਨੀ ਵੀ ਇਹ ਪ੍ਰਿਥਵੀ ਹੈ, ਵਜਹ ਪ੍ਰਤਾਪੀ ਗੁਰੂ ਨਗਾਰਾ। ਇਹ ਸਤਿਗੁਰਾਂ ਦਾ ਪ੍ਰਤਾਪੀ ਜਿਹੜਾ ਨਗਾਰਾ ਇਹ ਵੱਜੇਗਾ। ਗੁਰੂ ਨਾਨਕ ਸਾਹਿਬ ਜੀ ਦੇ ਵੀ ਬਚਨ ਆਣਗੇ ਨਾ, ਉਦੈ ਅਸਤ ਤੱਕ ਕਰੇਗੀ ਜਿਹੜੀ ਗੁਰੂ ਕੀ ਫੌਜ ਹੈ, ਉਦੈ ਅਸਤ ਤੱਕ ਜਿੱਥੋਂ ਸੂਰਜ ਉਦੇ ਹੁੰਦਾ ਤੇ ਅਸਤ ਹੁੰਦਾ, ਭਾਵ ਸਾਰੀ ਪ੍ਰਿਥਵੀ ਦੇ ਉੱਪਰ ਗੁਰੂ ਕੇ ਸਿੱਖਾਂ ਦਾ ਜਿਹੜਾ ਰਾਜ ਹੈ ਉਹ ਹੋਵੇਗਾ। ਇਹ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਵੀ ਇਹ ਬਚਨ ਕਰ ਰਹੇ ਹਨ ਕਿ ਸਾਗਰ ਅਵਨੀ ਲਓ, ਸਮੁੰਦਰ ਦੀ ਹੱਦ ਬੰਨੇ ਤੱਕ, ਭਾਵ ਜਿੱਥੋਂ ਤੱਕ ਇਹ ਭੂਮੀ ਹੈ ਪ੍ਰਿਥਵੀ ਹੈ ਉੱਥੋਂ ਤੱਕ ਗੁਰੂ ਕੇ ਸਿੱਖਾਂ ਦਾ ਰਾਜ ਕਾਇਮ ਹੋਵੇਗਾ। ਏਮ ਚਿਤਵਤ ਚਿਤ ਹੁਕਮ ਬਖਾਨਾ। ਇਸ ਤਰ੍ਹਾਂ ਚਿੱਤ ਵਿੱਚ ਚਿਤਵਦਿਆਂ ਸੋਚਦਿਆਂ ਹੋਇਆਂ ਸਤਿਗੁਰਾਂ ਨੇ ਹੁਕਮ ਕੀਤਾ, ਆਦੇਸ਼ ਕੀਤਾ, ਕਰਹੁ ਕਰਾਵਨ ਦੀਹ ਨਿਸ਼ਾਨਾ। ਇਹ ਗੁਰਸਿੱਖੋ ਦੀਹ ਵੱਡਾ ਜਿਹੜਾ ਦਮਾਮਾ ਹੈ ਨਗਾਰਾ ਹੈ ਉਹ ਤਿਆਰ ਕਰਵਾਓ। ਨੀਕੇ ਕਾਰੀਗਰ ਕੇ ਪਾਸ। ਜਿਹੜਾ ਚੰਗਾ ਕਾਰੀਗਰ ਹੋਵੇ ਉਹਦੇ ਪਾਸੋਂ ਤਿਆਰ ਕਰਵਾਓ। ਜੋ ਸਭ ਭੇਦ ਤੇ ਅਨਹਿ ਰਾਸ। ਜਿਹੜਾ ਸਭ ਤਰ੍ਹਾਂ ਦੇ ਨਾਲ ਰਾਸ ਨਾਮ ਸ੍ਰੇਸ਼ਟ ਬਣਾਵੇ, ਕਿ ਨਗਾਰੇ ਵਿੱਚ ਕੋਈ ਬਣਨ ਵਿੱਚ ਕੁਤਾਹੀ ਨਾ ਰਹਿ ਜਾਵੇ, ਕਿਸੇ ਤਰ੍ਹਾਂ ਦੀ ਉਣਤਾਈ ਨਾ ਰਹਿ ਜਾਵੇ। ਸੋਹਣਾ ਸੁਚੱਜੇ ਢੰਗ ਨਾਲ ਨਗਾਰਾ ਕਾਰੀਗਰ ਤਿਆਰ ਕਰੇ ਤਾਂ ਕਿ ਜਦੋਂ ਫਿਰ ਉਹ ਨਗਾਰਾ ਵੱਜੇ ਤੇ ਉਹਦੀ ਗੂੰਜ ਇਹ ਜਿਹੜੀਆਂ 22 ਧਾਰਾਂ ਹਨ ਇਹਨਾਂ ਵਿੱਚ ਵੀ ਸੁਣਾਈ ਦੇਵੇ
ਤੇ ਦਿੱਲੀ ਤੱਕ ਉਸ ਨਗਾਰੇ ਦੀ ਜਿਹੜੀ ਗੂੰਜ ਹੈ ਉਹ ਪਹੁੰਚੇ, ਤਾਂ ਕਿ ਇਹਨਾਂ ਮੁਗਲਾਂ ਨੂੰ ਵੀ ਪਤਾ ਲੱਗ ਜਾਵੇ ਕਿ ਸਾਡੇ ਸਨਮੁਖ ਵੀ ਅੜਨ ਵਾਲਾ ਕੋਈ ਹੈ, ਸਾਡੇ ਸਨਮੁਖ ਵੀ ਕੋਈ ਨਗਾਰਾ ਵਜਾਉਣ ਵਾਲਾ ਹੈ। ਐਸਾ ਸੁੰਦਰ ਸੋਹਣਾ ਨਗਾਰਾ ਜਿਹੜਾ ਹੈ ਉਹ ਬਣਨਾ ਚਾਹੀਦਾ ਹੈ। ਇਹ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਨੇ ਮਾਮਾ ਕਿਰਪਾਲ ਚੰਦ, ਦਇਆ ਰਾਮ ਪ੍ਰੋਹਤ, ਆਨੰਦ ਚੰਦ ਦੀਵਾਨ ਆਦਿ ਜਿਹੜੇ ਹਜ਼ੂਰੀ ਗੁਰਸਿੱਖ ਹਨ, ਉਹਨਾਂ ਨੂੰ ਇਹ ਆਦੇਸ਼ ਦਿੱਤਾ ਕਿ ਸੋਹਣਾ ਸੁੰਦਰ ਨਗਾਰਾ ਕਾਰੀਗਰਾਂ ਦੇ ਕੋਲੋਂ ਕਢਵਾਓ, ਤਿਆਰ ਕਰਵਾਓ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ ਬੁੱਧੀ ਹੈ ਦਾਸਾਂ ਦੀ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਲਗੀਧਰ ਪਾਤਸ਼ਾਹ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਨੀਕੇ ਕਾਰੀਗਰ ਕੇ ਪਾਸ, ਜੋ ਸਭ ਵਿਦ ਤੇ ਅਨਹਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।